ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੀਰਥ ਸਿੰਘ ਪ੍ਰੈਂਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਤੋਂ ਤੇ ਮੈਂ ਆਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਬਹੁਤ ਖੁਸ਼ੀਆਂ ਦੇ ਦਿਨ ਆ ਗਿਆ ਜੀ। ਅੱਜ ਸਟੂਡੈਂਟ AIP ਜਿਹੜੀ ਕਿ ਬਹੁਤ ਸਾਨੂੰ 10 ਦਿਨ ਖੁਸ਼ੀ ਹੋ ਰਹੀ ਆ ਕਿ AIP ਗੁਜਰਾਤ ਦੇ ਇੱਕ ਇੰਡੀਅਨ ਸਟੂਡੈਂਟ ਦੀ AIP ਅੱਜ ਰਿਲੀਜ਼ ਹੋ ਗਈ ਆ ਗਈ ਹੈ ਕਿ ਜੋ ਕਿ ਡੱਲਾ ਜੀ ਨੇ ਆਪਣੇ ਹੁਣੀ ਪਹਿਲੋਂ ਸ਼ੋਅ ਦੇ ਵਿੱਚ ਸਾਰੀ ਦਿਖਾਈ। ਬਹੁਤ ਖੁਸ਼ਖਬਰੀ ਦੀ ਗੱਲ ਹੈ ਜੀ। ਤੇ ਮੈਂ ਗੁੱਡ ਲੱਕ ਕਹਿੰਦਾ ਹੁਣ ਸਾਰੇ ਬੱਚੇ ਖਿੱਚ ਲਓ ਤਿਆਰੀ, ਹੁਣ ਸਾਰਿਆਂ ਦਾ ਰਿਜ਼ਲਟ ਜਲਦੀ ਤੋਂ ਜਲਦੀ ਆਏਗਾ। ਬਟ ਇਨ ਸ਼ਾਰਟ ਅੱਜ ਜਿਹੜੀ ਹੁਣ ਮੈਂ ਵੀਡੀਓ ਬਣਾ ਰਿਹਾ ਬੇਟਾ ਬਹੁਤ ਇੰਪੋਰਟੈਂਟ ਆ ਸਾਰੇ ਉਹਨਾਂ ਸਟੂਡੈਂਟਸ ਲਈ ਜਿਹੜੇ ਕੈਨੇਡਾ ਹੁਣ 2000 ਸਤੰਬਰ ਜਾਂ ਜਨਵਰੀ ਨੂੰ ਫੋਕਸ ਕਰ ਰਹੇ ਆ। ਜਿਹੜਾ 2 ਦਿਨ ਦਾ ਵੈਬੀਨਾਰ ਆਇਆ ਉਹਨੂੰ ਤੁਸੀਂ ਜਿਹੜਾ ਵੀ ਉਹ ਨਿਚੋੜ ਨਿਕਲਿਆ 10 ਪੁਆਇੰਟ ਮੈਂ ਤੁਹਾਡੇ ਬਣਾਏ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨੇ ਤੁਹਾਡੇ ਨਾਲ ਹੁਣ। ਤੇ ਇਹ 10 ਪੁਆਇੰਟ ਬੇਟਾ ਬਹੁਤ ਜ਼ਰੂਰੀ ਹੈ। ਬਿਲਕੁਲ ਕਿਸੇ ਨੇ ਡਰਨਾ ਨਹੀਂ ਆ। ਇਹ ਜਿਹੜੇ ਹੁਣ ਪੁਆਇੰਟਸ ਹੋਣਗੇ ਨਾ ਬਿਲਕੁਲ ਤੁਹਾਡੇ ਪੋਜ਼ੀਟਿਵਨੈਸ ਲਈ ਆਏ ਆ। ਬਟ ਇੱਕ ਹੋਰ ਮੈਂ ਕਹਿੰਦਾ ਇਹ ਜਿਹੜੇ ਮੈਂ ਤੁਹਾਨੂੰ ਪੁਆਇੰਟਸ ਤਾਂ ਦੱਸ ਰਿਹਾ ਕਿ ਤੁਸੀਂ ਅਵੇਅਰ ਰਹਿ ਸਕੋ, ਇੱਕ ਤੁਸੀਂ ਨੂੰ ਅਪਗ੍ਰੇਡ ਰਹਿ ਸਕੋ ਇੱਕ ਚੀਜ਼ ਨੂੰ। ਸੋ ਬਿਲਕੁਲ ਵੀ ਨਹੀਂ ਡਰਨਾ। ਜੇਕਰ ਤੁਹਾਡੀ ਕੋਈ ਪ੍ਰੋਬਲਮ ਆਵੇ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਡਿਸਕਸ ਕਰਨਾ। ਹੁਣ ਟਾਈਮ ਨਾ ਵੇਸਟ ਕਰਦੇ ਮੈਂ ਪਹਿਲਾ ਪੁਆਇੰਟ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲਾਂ ਹੁਣ ਜਿਹੜਾ ਫਰਸਟ ਪੁਆਇੰਟ ਕਹੂੰਗਾ ਉਹਨੇ ਕਹਿਤਾ ਕਿ ਸੇਮ ਸਟੇਜ ਫॉर ਆਲ ਮੀਨਸ ਕਿ ਜਿਹੜੇ ਬੱਚਿਆਂ ਦਾ ਸਵਾਲ ਸੀਗਾ ਕਿ 18 ਮਾਰਚ ਜਿਹਨਾਂ ਦੀਆਂ ਲੋਕਡਾਊਨ ਤੋਂ ਪਹਿਲਾਂ ਫਾਈਲਸ ਲੱਗੀਆਂ ਹੋਈਆਂ ਬਾਇਓਮੈਟ੍ਰਿਕ ਮੈਡੀਕਲ ਹੋਇਆ ਸੀ ਤੇ ਉਹਨਾਂ ਨੂੰ ਵੀ ਫਾਈਨਲ AIP ਦੇ ਥਰੂ ਵੀਜ਼ਾ ਮਿਲੇਗਾ ਜਾਂ ਉਹਨਾਂ ਨੂੰ ਫਾਈਨਲ ਸਟੇਜ ਮਿਲੇਗੀ। ਬੇਟਾ ਸਭ ਕੁਝ ਕਲੀਅਰ ਹੋ ਗਿਆ, ਸਾਰਿਆਂ ਨੂੰ ਹੀ AIP ਮਿਲੂਗੀ। ਹਰ ਬੱਚਾ ਸੇਮ ਚੈਨਲ ਦੇ ਥਰੂ ਜਾਏਗਾ ਕਿਉਂਕਿ ਸੈਕਿੰਡ ਸਟੇਜ ਜਦੋਂ VAC ਖੁੱਲੂਗੀ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹੇਗਾ ਉਦੋਂ ਹੀ ਵੀਜ਼ਾ ਪੇਸਟ ਹੋਣਗੇ। ਤੋਂ ਹਰ ਬੱਚੇ ਨੂੰ AIP ਅਪਰੂਵ ਹੋਏਗੀ। ਨੋਟ ਮੀਨਸ ਹਰ ਬੱਚੇ ਨੂੰ ਨਹੀਂ, ਜਿਹੜੇ ਬੱਚੇ ਐਲੀਜੀਬਲ ਹੋਣਗੇ ਉਹਨਾਂ ਦੀਆਂ ਕ੍ਰਾਈਟੇਰੀਆ ਉਹਨਾਂ ਨੂੰ ਸੈਟੀਸਫਾਈ ਕਰਨਗੇ ਰਿਕੁਆਇਰਮੈਂਟਸ ਨੂੰ, ਉਹਨਾਂ ਬੱਚਿਆਂ ਨੂੰ AIP ਹੋਣਗੀ। ਮੀਨਸ ਕਿ ਐਟ ਇਨੀਸ਼ਲੀ ਕਿਸੇ ਨੂੰ ਵੀ ਵੀਜ਼ਾ ਸਟੈਂਪਿੰਗ ਨਹੀਂ ਹੈਗੀ, ਚਾਹੇ ਉਹ SDS ਫਾਈਲ ਚਾਹੇ ਨੌਨ SDS ਫਾਈਲ ਹੈ ਚਾਹੇ ਆਫਲਾਈਨ ਜਿਹੜੀਆਂ ਪੁਰਾਣੀਆਂ ਫਾਈਲਸ ਲੱਗੀਆਂ ਹੋਈਆਂ ਹਰ ਬੱਚੇ ਨੂੰ AIP ਪਹਿਲੀ ਆਏਗੀ। ਬੇਟਾ ਸੈਕਿੰਡ ਪੁਆਇੰਟ ਬਹੁਤ ਇੰਪੋਰਟੈਂਟ ਪੁਆਇੰਟ ਆ। ਹਰ ਚੀਜ਼ ਬੇਟਾ ਜਿਹੜੇ 10 ਪੁਆਇੰਟ ਆ ਅਸੀਂ ਸਾਰੇ ਬਹੁਤ ਮਿਹਨਤ ਕਰਕੇ ਅਸੀਂ ਮੈਂ ਕਰਕੇ ਪ੍ਰੋਪਰ ਰਿਸਰਚ ਕਰਕੇ ਬਣਾਏ ਆ ਪੂਰੇ ਫੈਕਟ ਨਾਲ। ਰਿਫਿਊਜ਼ਲਸ ਦੇ ਬਾਰੇ ਗੱਲ ਕਰੂੰ ਕਿਹਨਾਂ ਦੀ ਰਿਫਿਊਜ਼ਲਸ ਲੱਗ ਸਕਦੀ ਆ ਇਸ 'ਤੇ ਵੀ ਕਲੀਅਰ ਆ ਗਿਆ। ਅੱਜ IRCC ਦੀ ਵੈਬੀਨਾਰ 'ਤੇ ਉਹਨਾਂ ਨੇ ਸਾਫ਼ ਕਿਹਾ ਕਿ ਹਾਂ ਰਿਫਿਊਜ਼ਲਸ ਦੇ 3 ਰੀਜ਼ਨ ਤਾਂ ਉਹੀ ਜਿਹੜੇ ਆਪਾਂ ਦੱਸਿਆ ਹੋਇਆ ਬਾਇਓਮੈਟ੍ਰਿਕ ਮੈਡੀਕਲ ਅਤੇ ਜਿਹੜਾ ਤੁਹਾਡੀ ਹੈ PCC ਕਰਕੇ ਤੁਹਾਡਾ ਵੀਜ਼ਾ ਸੈਕਿੰਡ ਸਟੇਜ 'ਤੇ ਰਿਫਿਊਜ਼ ਹੋ ਸਕਦਾ। ਬਟ ਉਹਨਾਂ ਨੇ ਕਿਹਾ ਕਿ ਬਹੁਤ ਲੋ ਰਿਸਕ ਆ ਸੈਕਿੰਡ ਸਟੇਜ 'ਤੇ। ਜੇ ਤੁਹਾਡਾ AIP ਅਪਰੂਵ ਹੁੰਦਾ ਮੀਨਸ ਤੁਹਾਡਾ ਆਲਰੇਡੀ ਵੀਜ਼ਾ ਵਾ ਅਤੇ ਬਾਕੀ ਜਿਹੜੀਆਂ 3 ਸਟੇਜਸ ਤੁਸੀਂ ਚੈੱਕ ਕਰ ਸਕਦੇ ਆ ਕਿ ਤੁਸੀਂ ਕਦੀ ਅੱਜ ਤੱਕ ਕਦੀ ਕ੍ਰਾਈਮ ਤਾਂ ਨਹੀਂ ਕੀਤਾ, ਕਦੀ ਕੋਈ ਚੀਜ਼ ਤਾਂ ਨਹੀਂ, ਕੋਈ ਬਾਇਓਮੈਟ੍ਰਿਕ ਦੇ ਵਿੱਚ ਸਿਰਫ ਇੱਕੋ ਚੀਜ਼ ਦੀ ਪ੍ਰੋਬਲਮ ਆ ਸਕਦੀ ਬੇਟਾ ਜਿੱਦਾਂ ਕਿਸੇ ਤੁਹਾਡੀ ਪਹਿਲੋਂ ਰਿਫਿਊਜ਼ਸ ਲੱਗੀ ਆ ਕੈਨੇਡਾ ਤੋਂ USA ਤੋਂ ਤੁਸੀਂ ਉਹਨਾਂ ਨਾਲ ਨਹੀਂ ਸ਼ੇਅਰ ਕੀਤੀ, ਕੋਈ ਚੀਜ਼ ਲਕੋਈ ਆ ਓਨਲੀ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋਊਗਾ। PCC ਦਾ ਇੱਕ ਰੀਜ਼ਨ ਆ ਜੇ ਕੁਝ ਕ੍ਰਾਈਮ ਕੀਤਾ ਤੁਹਾਡੇ 'ਤੇ ਕੋਈ ਕੇਸ ਚੱਲਦਾ ਤੁਸੀਂ ਉਹਨਾਂ ਦੀ ਕੰਟਰੀ ਲਈ ਸੇਫ ਨਹੀਂ ਹੈਗੇ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋਏਗਾ। ਥਰਡ ਮੈਡੀਕਲ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਕਿ ਕਰੋਨਾ ਚੱਲ ਰਿਹਾ COVID-19 ਦੇ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਸਕਦੀ ਆ ਅਤੇ ਤਾਂ ਰਿਫਿਊਜ਼ ਹੋਗਾ। ਬੇਟਾ ਇਹ 'ਚ ਖੁਸ਼ਖਬਰੀ ਵੀ ਇੱਕ ਬਹੁਤ ਆ। ਸੈਕਿੰਡ ਪੁਆਇੰਟ ਦੇ ਵਿੱਚ ਇਹਨੂੰ ਕਰੂੰਗਾ ਕਿ ਮੈਡੀਕਲ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ। ਥਰਡ ਪੁਆਇੰਟ ਮੈਂ ਸੱਚ ਰੀਜ਼ਨ ਸੀਗਾ ਥਰਡ ਪੁਆਇੰਟ ਦੇ ਵਿੱਚ ਸੀਗਾ ਜਿਹੜਾ ਰੀਜ਼ਨਸ ਕਿਹੜੇ ਕਾਰਨਾਂ ਕਰਕੇ ਰਿਫਿਊਜ਼ ਹੋ ਸਕਦਾ। ਹਾਂ ਮੈਡੀਕਲ ਦੇ ਵਿੱਚ ਬੇਟਾ ਉਹਨਾਂ ਨੇ ਇੱਕ ਕਹਿ ਦਿੱਤਾ ਤਾਂ ਕਿਉਂਕਿ ਮੈਡੀਕਲ ਦੇ ਵਿੱਚ ਕਿਸੇ ਦੀ ਪ੍ਰੋਬਲਮ ਆਉਂਦੀ ਆ ਪਹਿਲਾਂ ਜਦੋਂ ਮੈਡੀਕਲ ਸਹੀ ਸੀਗਾ ਇਹ ਕਿਸੇ ਦੇ ਹੱਥ ਵੱਸ ਨਹੀਂ ਹੈ, ਪਰਮਾਤਮਾ ਦੇ ਹੱਥ ਵੱਸ ਆ। ਅਤੇ ਉਹਨਾਂ ਨੇ ਕਿਹਾ ਕਿ 12 ਤੋਂ 16 ਹਫ਼ਤੇ ਦਾ ਬੱਚੇ ਨੂੰ ਟਾਈਮ ਦਿੱਤਾ ਜਾਏਗਾ, ਉਹਨਾਂ ਨੂੰ ਇੱਕ ਪਲਾਨ ਦਿੱਤਾ ਜਾਏਗਾ ਜਿਹਦੇ ਕਰਕੇ ਕਿ ਇੰਸਟਰਕਸ਼ਨਸ ਦਿੱਤੀਆਂ ਜਾਣਗੀਆਂ ਕਿ ਜਿਹੜਾ ਹਾਂ ਵੀ ਉਹ ਕਿਹਨਾਂ ਨੂੰ ਫੋਲੋ ਕਰਨਾ। ਜੇ ਆਪਾਂ ਉਹਨਾਂ ਨੂੰ ਕੰਟੀਨਿਊ ਫੋਲੋ ਕਰਾਂਗੇ ਜੇ ਸਾਡੇ 'ਚ ਇੰਪਰੂਵਮੈਂਟ ਹੋਣਗੀ ਹਾਂ ਬੇਟਾ ਸਾਡੇ ਅਸੀਂ ਰਿਫਿਊਜ਼ਲ ਤੋਂ ਵੀ ਬਚ ਸਕਦੇ ਹਾਂ। ਬਟ ਇਹ 1 in a million ਕੇਸਿਸ ਦੇ ਵਿੱਚ ਕੋਈ ਇੱਦਾਂ ਦਾ ਕੇਸ ਆਏਗਾ ਜਿਹਦੇ ਕੁਛ ਮੈਡੀਕਲ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਬਾਅਦ ਵਿੱਚ ਜਾਂ ਕੁਛ ਵੀ ਆ। ਸੋ ਬਿਲਕੁਲ ਸੇਫ ਰਹੋ ਬੇਟਾ ਕਿਉਂਕਿ ਆਪਣੇ ਆਪ ਨੂੰ ਹਰ ਬੰਦਾ ਅਸੈਸ ਕਰ ਸਕਦਾ। ਅਤੇ ਮੈਡੀਕਲ ਦੇ ਵਿੱਚ ਵੀ ਜਿਹੜੀ ਚੀਜ਼ ਉਹਨਾਂ ਨੇ ਦੱਸੀ ਆ ਬੇਟਾ 12 ਤੋਂ 16 ਹਫ਼ਤੇ ਦਾ ਤੁਹਾਡੇ ਕੋਲ ਟਾਈਮ ਆ, ਬਾਅਦ ਵਿੱਚ ਤੁਹਾਨੂੰ ਦੇਣਗੇ, ਇੱਕਦਮ ਤੁਹਾਨੂੰ ਰਿਫਿਊਜ਼ਲ ਨਹੀਂ ਦੇਣਗੇ। ਸੋ ਬੇਟਾ ਫੋਰਥ ਪੁਆਇੰਟ ਆਨਲਾਈਨ ਸਟੱਡੀ ਬਹੁਤ ਇੰਪੋਰਟੈਂਟ ਪੁਆਇੰਟ ਆ ਬੇਟਾ, ਧਿਆਨ ਨਾਲ ਸੁਣਾ। ਜਿਹੜਾ ਫੋਰਥ ਪੁਆਇੰਟ ਆ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਤੁਹਾਨੂੰ ਆਨਲਾਈਨ ਸਟੱਡੀ ਤੁਸੀਂ ਪੜ੍ਹਨਾ ਨਹੀਂ ਪੜ੍ਹਨਾ ਇਹ ਤੁਹਾਡਾ ਅਤੇ ਤੁਹਾਡੇ ਇੰਸਟੀਟਿਊਸ਼ਨ ਦਾ ਡਿਸੀਜ਼ਨ ਆ। ਸੋ ਬੇਟਾ ਇਹ ਪੋਜ਼ੀਟਿਵਨੈਸ ਆ। ਉਹਨਾਂ ਨੇ ਇੱਕ ਇਹ ਵੀ ਕਹਿ ਦਿੱਤਾ ਵਾ ਤੁਸੀਂ ਨੰਬਰ ਆਫ ਡੈਫਰੈਂਸ ਬੱਚੇ ਪੁੱਛਦੇ ਸੀ ਅਸੀਂ ਆਲਰੇਡੀ ਮਾਰਚ ਤੋਂ ਸਤੰਬਰ ਡੈਫਰ ਕਰਾਇਆ, ਜੇ ਸਤੰਬਰ ਤੋਂ ਜਨਵਰੀ ਹੁੰਦੇ ਕਿਸੇ ਤਰ੍ਹਾਂ ਦੇ ਉਹ ਪੰਗਾ ਨਾ ਪੈ ਜੇ ਸੈਕਿੰਡ ਤੇ ਸਟੇਜ 'ਤੇ ਵੀਜ਼ਾ ਰਿਫਿਊਜ਼ 'ਤੇ। ਬੇਟਾ ਇਸ ਆਲਰੇਡੀ ਕਲੀਅਰ ਬੇਟਾ ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਵਾ। ਸਾਰੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਖੁਸ਼ਖਬਰੀ ਹੈ ਕਿ ਨੰਬਰ ਆਫ ਡੈਫਰਮੈਂਟਸ ਦੀ ਕੋਈ ਰਿਸਟ੍ਰਿਕਸ਼ਨਸ ਨਹੀਂ, ਤੁਸੀਂ ਜਿੰਨੀਆਂ ਮਰਜ਼ੀ ਡੈਫਰਮੈਂਟਸ ਕਰਵਾ ਸਕਦੇ। ਬਟ ਜਿਹੜਾ ਇਹ ਡਿਸੀਜ਼ਨ ਆ ਤੁਹਾਡਾ ਅਤੇ ਤੁਹਾਡੇ ਇੰਸਟੀਟਿਊਸ਼ਨ ਦਾ। ਸੋ ਇਸ ਚੀਜ਼ ਨੂੰ ਪ੍ਰੋਪਰ ਮੀਨਸ ਖਿਆਲ ਨਾਲ ਆਪ ਜ਼ਿੰਮੇਵਾਰੀ ਚੱਕਣੀ। ਜੇ ਤੁਸੀਂ ਆਨਲਾਈਨ ਨਹੀਂ ਪੜ੍ਹਨਾ ਚਾਹੁੰਦੇ ਬੇਟਾ ਵਰਬਲੀ ਨਹੀਂ ਕਿਸੇ 'ਤੇ ਕਰਨਾ। ਮੈਂ ਹਰ ਵਾਰੀ ਕਹਿੰਦਾ ਹਰ ਚੀਜ਼ ਰਿਟਨ ਆਪਣੀ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਤੁਹਾਡਾ ਵੀ ਇੰਸਟੀਟਿਊਸ਼ਨ ਜੋ ਵੀ ਆ ਉਹਨੂੰ ਮੇਲ ਪਾਓ, ਦੱਸੋ ਕਿ ਤੁਸੀਂ ਕਿਉਂ ਨਹੀਂ ਪੜ੍ਹ ਸਕਦੇ। ਜੇ ਤੁਸੀਂ ਡੈਫਰਮੈਂਟ ਕਰਾਉਂਦੇ ਕੋਈ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਸੈਕਿੰਡ ਸਟੇਜ 'ਤੇ ਤੁਹਾਡਾ ਵੀਜ਼ਾ ਦਾ ਬੇਟਾ ਅਸਰ ਨਹੀਂ ਪਏਗਾ। ਸੋ ਬਹੁਤ ਪਲੱਸ ਪੁਆਇੰਟ ਆਇਆ। ਅਤੇ ਉਹਨਾਂ ਨੇ ਇੱਕ ਹੋਰ ਚੀਜ਼ ਕਿਹਾ ਜੇ ਤੁਸੀਂ ਨੰਬਰ ਆਫ ਡੈਫਰਮੈਂਟਸ ਕਰਵਾਉਂਦੇ ਆ ਬਟ ਸਿਰਫ ਇੱਕੋ ਗੱਲ ਹੈ ਜੇ ਤੁਹਾਨੂੰ ਨਵੀਂ LOA ਤੁਹਾਡੀ ਆਉਂਦੀ ਹੈ ਜਦੋਂ ਡੈਫਰ ਕਰਵਾਉਂਦੇ ਨਾਲ ਦੀ ਨਾਲ ਬੇਟਾ ਅਪਗ੍ਰੇਡ ਕਰਾਉਣਾ ਕਿਉਂਕਿ ਵੀਜ਼ਾ ਦੇ ਚਾਹੇ ਇਹਦੇ ਨਾਲ ਪ੍ਰੋਬਲਮ ਨਹੀਂ ਹੈਗੀ ਬਟ ਜਦੋਂ ਤੁਸੀਂ ਟਰੈਵਲ ਕਰਨਾ ਮੀਨਸ ਕਿਤੇ ਨਾ ਕਿਤੇ ਉਹ ਤੁਹਾਡੇ 'ਤੇ ਡਾਊਟ ਕਰ ਸਕਦੇ ਆ ਕਿ ਤੁਸੀਂ ਉਹਨਾਂ ਨੂੰ ਜੈਨੂਇਨ ਇਨਫੋਰਮੇਸ਼ਨ ਨਾਲ ਦੀ ਨਾਲ ਨਹੀਂ ਪ੍ਰੋਵਾਈਡ ਕੀਤੀ। ਸੋ ਜਦੋਂ ਵੀ ਤੁਹਾਡੀ ਨਵੀਂ LOA ਅਪਡੇਟਡ ਆਉਂਦੀ ਆ
ਤੁਸੀਂ ਨਾਲ ਦੀ ਨਾਲ ਅਪਗ੍ਰੇਡ ਕਰਨਾ IRCC ਨੂੰ। ਸੋ ਤੁਹਾਡੇ ਤੇ ਬੇਟਾ ਆਪਾਂ ਕੋਈ ਪੁਆਇੰਟ ਲੈਣਾ, ਬਿਲਕੁਲ ਡਰਨਾ ਨਹੀਂ ਹੈ ਬੇਟਾ, ਸਿਸਟਮ ਬਹੁਤ ਸਮੂਥ ਆ, ਬਸ ਸਿਰਫ ਇੱਕੋ ਚੀਜ਼ ਦੀ ਅੱਜ ਦੀ ਡੇਟ 'ਚ ਲੋੜ ਆ ਅਪਡੇਟ ਰਹਿਣ ਦੀ। ਅਪਡੇਟ ਰਹੋ, ਸਮੂਥਲੀ ਸਾਰਾ ਕੁਝ ਹੁੰਦਾ ਜਾਏਗਾ। 5th ਪੁਆਇੰਟ ਆ ਬੇਟਾ ਜਿਹੜਾ PT ਨੂੰ ਲੈ ਕੇ, ਬਹੁਤ ਸਾਰੇ ਬੱਚਿਆਂ ਦੀ PT ਲੈ ਕੇ ਫਾਈਲ ਲੱਗੀ ਹੋਈ ਸੀਗੀ ਤੇ ਕਾਫੀ ਬੱਚਿਆਂ ਨੇ ਲੌਂਚ ਵੀ ਕਰਨੀ ਸੀ। ਛੋਟੀ ਜਿਹੀ ਗੱਲ ਕਰੂੰਗਾ, PT 100% ਐਕਸੈਪਟੇਬਲ ਆ। ਜਿਹੜੇ ਬੱਚੇ ਜਿੱਦਾਂ ਅਸੀਂ ਆਲਰੇਡੀ PT ਦੇ ਬਹੁਤ ਬੱਚੇ ਲਏ ਆ, ਸਿਰਫ ਉਹਨਾਂ ਨੇ ਇੱਕੋ ਚੀਜ਼ ਕਰਤਾ, ਜੇ ਤੁਹਾਨੂੰ ਨਹੀਂ ਪਤਾ, ਜਦੋਂ ਵੀ PT ਤੇ ਬੇਟਾ ਤੁਸੀਂ ਫਾਈਲ ਲੌਂਚ ਕਰਨੀ ਆ ਨਾ, ਸਿਰਫ ਜਿਹੜਾ ਆਪਣਾ ਤੁਹਾਡਾ ਲੌਗਇਨ ID ਤੇ ਪਾਸਵਰਡ ਆ ਨਾਲ ਸ਼ੇਅਰ ਕਰਨਾ। ਇੱਕ ਹੋਰ ਆਪਸ਼ਨ ਹੁੰਦੀ ਹੈ, ਤੁਸੀਂ PT ਨੂੰ ਡਾਇਰੈਕਟ ਕਹਿ ਕੇ IRCC ਤੋਂ ਡਾਇਰੈਕਟ ਮੇਲ ਵੀ ਕਰਾ ਸਕਦੇ। ਸੋ PT ਬਾਰੇ ਇੰਨਾ ਦੱਸੂਗਾ, ਬਸ ਇੰਨਾ ਬੇਟਾ ਰੱਖੋ ਕਿ PT ਇਜ਼ 100% ਵੈਲਿਡ। ਜੇ ਤੁਹਾਡੀ ਫਾਈਲ ਲੱਗੀ ਆ, ਗੁੱਡ ਲੱਕ, ਕੋਈ ਨੈਗੇਟਿਵ ਰਿਜ਼ਲਟ PT ਕਰਕੇ ਤੁਹਾਡਾ ਨਹੀਂ ਆਏਗਾ। 6 ਪੁਆਇੰਟ ਅੱਜ ਦੀ ਡਿਸਕਸ਼ਨ ਦਾ ਵੈਰੀ ਇੰਪੋਰਟੈਂਟ ਪੁਆਇੰਟ ਬੇਟਾ, ਪੋਸਟ ਗ੍ਰੈਜੂਏਟ ਵਰਕ ਪਰਮਿਟ, ਜਿਹਦੇ ਕਰਕੇ ਆਪਾਂ ਸਾਰੇ ਕੈਨੇਡਾ ਜਾਂਦੇ ਆ, ਪੜ੍ਹਦੇ ਆ। ਹਰ ਬੱਚੇ ਦਾ ਸਵਾਲ ਹੁੰਦਾ ਮੈਨੂੰ ਕਿੰਨੇ ਸਾਲ ਦਾ ਸਰ ਵਰਕ ਪਰਮਿਟ ਮਿਲੇਗਾ, ਤੇ ਜਿੱਦਾਂ ਸਾਨੂੰ ਪਤਾ ਹੀ ਕਿ 50% ਸਟੱਡੀ ਅਸੀਂ ਆਪਾਂ ਪੜ੍ਹ ਸਕਦੇ ਹਾਂ, ਪਰ ਜਿਹੜਾ ਖਿਆਲ ਰੱਖਣਾ ਬੇਟਾ, ਇਹ ਅੱਜ ਮੈਂ ਤਾਂ ਡਿਸਕਸ਼ਨ ਕਰ ਰਿਹਾ, ਖੁੱਲ੍ਹ ਕੇ ਚੀਜ਼ਾਂ ਬਾਹਰ ਆਈਆਂ। ਆਨਲਾਈਨ ਸਟੱਡੀ ਜੇ ਤੁਸੀਂ ਉੱਥੇ ਲੈਣੀ ਆ ਬੇਟਾ, ਉਹ 'ਚ ਬਿਲਕੁਲ ਖਿਆਲ ਰੱਖਣਾ ਕਿ ਤੁਹਾਨੂੰ ਪੂਰਾ ਸਟੱਡੀ ਲੋਡ ਦੇ ਨਾਲ ਕਰਨਾ ਪੈਣਾ, ਪੂਰੇ ਸਬਜੈਕਟਸ ਤੁਹਾਨੂੰ ਲੈਣੇ ਪੈਣੇ ਆ। ਤੁਸੀਂ ਘੱਟ ਸਬਜੈਕਟਸ ਨਾਲ ਆਨਲਾਈਨ ਨਹੀਂ ਪੜ੍ਹਾਈ ਕਰ ਸਕਦੇ ਆ। ਜੇ ਤੁਸੀਂ ਘੱਟ ਸਬਜੈਕਟ ਨਾਲ ਕਰੋਗੇ, ਤੁਹਾਡਾ ਜਿਹੜਾ ਇੰਡੀਆ ਵਾਲਾ ਟਾਈਮ ਆ ਆਨਲਾਈਨ ਕੀਤਾ ਕਿਸੇ ਵਰਥਫੁਲ ਨਹੀਂ ਆਊਗਾ, ਨਹੀਂ ਉੱਥੇ ਬੇਟਾ ਤੁਹਾਨੂੰ ਵਰਕ ਪਰਮਿਟਸ ਦੇ ਵਿੱਚ ਇਹ ਕਾਊਂਟ ਨਹੀਂ ਹੋਣਾ। ਸੋ ਜਿੰਨੀ ਮਿਨੀਮਮ ਰਿਕੁਆਇਰਮੈਂਟ ਆ, ਜਿੰਨਾ ਤੁਹਾਨੂੰ ਮਿਨੀਮਮ ਕ੍ਰੈਡਿਟਸ ਚਾਹੀਦੇ ਆ, ਤੁਹਾਨੂੰ ਉਹ ਸਬਜੈਕਟਸ ਲੈਣੇ ਪੈਣੇ ਆ। ਬਹੁਤ ਜ਼ਰੂਰੀ ਬੇਟਾ ਖਿਆਲ ਰੱਖਣਾ, ਤਾਂ ਇਹ ਨਾ ਹੋਵੇ ਆਪਾਂ ਇੰਡੀਆ ਆਨਲਾਈਨ ਪੜ੍ਹਦੇ ਵੀ ਰਹਿ ਜਾਈਏ, ਜਦੋਂ ਅਸੀਂ ਬਾਅਦ 'ਚ ਜਾਈਏ ਸਾਨੂੰ ਸਾਡੇ ਵਰਕ ਪਰਮਿਟ 'ਚ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਕੰਪਲੀਕੇਸ਼ਨਸ ਆਉਣ। ਸੋ ਬਿਲਕੁਲ ਇਸ ਚੀਜ਼ ਨੂੰ ਕਲੀਅਰ ਰੱਖਣਾ, ਬਿਲਕੁਲ ਵੀ ਆਪਣੇ ਸਬਜੈਕਟਸ ਨਹੀਂ ਘਟਾਉਣੇ। ਜਿੰਨੀ ਮਿਨੀਮਮ ਰਿਕੁਆਇਰਮੈਂਟ ਆ ਤੁਹਾਡੇ ਇੰਸਟੀਟਿਊਸ਼ਨ ਦੀ, ਤੁਸੀਂ ਉਨੇ ਸਾਰੇ ਸਬਜੈਕਟਸ ਲੈ ਕੇ ਪੜ੍ਹਾਈ ਇੱਥੇ ਜੇ ਇੰਡੀਆ ਪੜ੍ਹਨਾ ਆਨਲਾਈਨ ਤੇ ਪੂਰੇ ਸਬਜੈਕਟਸ ਨਾਲ ਪੜ੍ਹਿਓ ਬੇਟਾ, ਨਹੀਂ ਤਾਂ ਨਹੀਂ ਫਾਇਦਾ ਹੋਊਗਾ। ਆਪਣਾ ਕੋਰਸ ਡੈਫਰ ਕਰਵਾ ਲਓ, ਇਨਟੇਕ ਜਿਹੜਾ ਹੈਗਾ। ਤੇ ਜਿਹੜਾ ਹੁਣ 7th ਪੁਆਇੰਟ ਸੀਗਾ ਬੇਟਾ, 7th ਪੁਆਇੰਟ ਬਹੁਤ ਇੰਪੋਰਟੈਂਟ ਸੀਗਾ। ਥੋੜਾ ਸਟੱਡੀ ਨੂੰ ਥੋੜਾ ਹਟ ਕੇ ਆ, ਜਿਹੜੇ ਸਟੂਡੈਂਟਸ ਉੱਥੇ ਮੇਰੇ ਭੈਣ ਭਰਾ ਬਾਹਰ ਗਏ ਹੋਏ ਸੀਗੇ, ਉਹ ਆਪਣੇ ਕਈ ਵਾਰੀ ਉਹਨਾਂ ਦੇ ਮਨ 'ਚ ਆਉਂਦਾ ਸੀਗਾ ਅਸੀਂ ਆਪਣੇ ਪੇਰੈਂਟਸ ਨੂੰ ਸੱਦਣਾ, ਜਾਂ ਕਾਫੀ ਸਾਨੂੰ ਆ ਰਹੇ ਸੀ ਕਿ ਅਸੀਂ ਸੱਦ ਸਕਦੇ ਜਾਂ ਨਹੀਂ ਸਕਦੇ, ਬਟ ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ, ਕਿਉਂਕਿ ਬੱਚਿਆਂ ਨੇ IRCC ਦੇ ਵਿੱਚ ਸਵਾਲ ਵੀ ਪੁੱਛੇ ਆ, ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਵਿਜ਼ਟਰ ਵੀਜ਼ਾ 31 ਅਗਸਤ ਤੱਕ ਇੱਕ ਤਾਂ ਬੈਨ ਹੋਇਆ ਮੀਨਸ ਕਿ ਟਰੈਵਲ ਰਿਸਟ੍ਰਿਕਸ਼ਨਸ ਆ, ਤੇ VAC ਸੈਂਟਰਸ ਨਹੀਂ ਖੋਲ੍ਹੇ ਜਿਨ੍ਹਾਂ ਨੇ ਵੀਜ਼ਾ ਦੇਣੇ। ਸੋ ਟਰੈਵਲ ਇਜ਼ ਨਾਟ ਪੋਸੀਬਲ। ਸੋ ਬੇਟਾ ਜੇ ਕਿਸੇ ਐਡ ਦੇਖਦੇ ਆ ਜੋ ਪੁੱਛਿਆ, ਪਲੀਜ਼ ਇੱਦਾਂ ਦਾ ਸਵਾਲ ਨਾ ਪੁੱਛੋ। ਸਿਰਫ ਜਿਹੜੀ ਹੁਣ ਪ੍ਰਾਇਓਰਿਟੀ ਮਿਲਦੀ ਸਟੂਡੈਂਟਸ ਨੂੰ ਪ੍ਰਾਇਓਰਿਟੀ ਮਿਲਦੀ, ਤੇ ਉਹ ਵੀ ਅਜੇ ਟਰੈਵਲ ਨਹੀਂ ਕਰ ਸਕਦੇ, ਸਿਰਫ ਟਰੈਵਲ ਕਰਨਗੇ ਜਿਹੜੇ 18 ਮਾਰਚ ਤੋਂ ਪਹਿਲੇ ਬੱਚੇ, ਉਹ ਵੀ ਔਨ ਕੰਡੀਸ਼ਨਸ। ਹੁਣ ਬੇਟਾ 8ਵਾਂ ਜਿਹੜਾ ਪੁਆਇੰਟ ਸੀਗਾ, ਸੌਰੀ ਸ਼ਾਰਟ 'ਚ ਦੱਸ ਰਿਹਾ ਕਿਉਂਕਿ ਵੀਡੀਓ ਜਦੋਂ ਜ਼ਿਆਦਾ ਲੰਬੀ ਬਣ ਜਾਣੀ ਬੇਟਾ ਫਿਰ ਸ਼ੇਅਰ ਕਰਨੀ ਥੋੜੀ ਔਖੀ ਹੋ ਜਾਂਦੀ ਆ। ਸੋ ਜਿਹੜਾ ਹੁਣ 8th ਪੁਆਇੰਟ ਆ, ਤੁਸੀਂ ਸਾਨੂੰ ਬਾਅਦ 'ਚੋਂ ਵੀ ਰਿੰਗ ਕਰ ਸਕਦੇ ਆ ਜੇ ਤੁਹਾਡੇ ਕੋਈ ਵੀ ਡਾਊਟ ਆ। 8th ਪੁਆਇੰਟ ਜਿਹੜਾ ਬੇਟਾ ਬਹੁਤ ਜ਼ਰੂਰੀ ਆ, ਉਹਨਾਂ ਨੇ ਸਾਫ਼ ਤੌਰ 'ਤੇ ਬੱਚਿਆਂ ਨੂੰ ਆਪਸ਼ਨ ਦਿੱਤੀ ਹੈ ਕਿ ਜਨਵਰੀ ਇਨਟੇਕ ਵਾਲੇ ਵੀ ਹੁਣ ਵੀ ਅਪਲਾਈ ਕਰ ਸਕਦੇ। ਬੇਟਾ ਵਿਨ ਐਂਡ ਵਿਨ ਸਿਚੁਏਸ਼ਨ ਆ। ਜਨਵਰੀ ਇਨਟੇਕ ਲਈ ਸਪੋਜ਼ ਕਰੋ ਤੁਹਾਡਾ ਸਾਰਾ ਕੁਝ ਰੈਡੀ ਆ, ਤੁਸੀਂ ਡੈਫਰ ਕਰਵਾਇਆ, 15 ਸਤੰਬਰ ਤੱਕ ਤੁਸੀਂ ਜਨਵਰੀ ਲਈ ਫਾਈਲ ਲੈ ਸਕਦੇ। ਇਹਦਾ ਬੈਨੀਫਿਟ ਦੇਖੋ ਬੇਟਾ ਕੀ ਆ। ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਆਨਲਾਈਨ ਨਹੀਂ ਪੜ੍ਹਨਾ ਪੈਣਾ, ਕਿਉਂਕਿ ਤੁਹਾਡਾ ਜਿਹੜਾ ਕੋਰਸ ਆ ਉਹ ਸਟਾਰਟ ਹੀ ਜਨਵਰੀ ਦੇ ਵਿੱਚ ਹੋਣਾ। ਜਨਵਰੀ ਤੱਕ ਤਾਂ ਬੇਟਾ ਸਭ ਕੁਝ ਉੱਦਾਂ ਹੀ ਸਹੀ ਹੋ ਹੀ ਜਾਏਗਾ। ਸੋ ਇਸੇ ਵਿਨ ਐਂਡ ਵਿਨ ਸਿਚੁਏਸ਼ਨ ਤੁਸੀਂ ਜੇ ਆਪਣਾ ਜਨਵਰੀ ਲਈ ਡੈਫਰ ਕਰਵਾਇਆ ਹੋਇਆ ਤੇ ਹੁਣ ਵੀ ਤੁਸੀਂ ਫਾਈਲ ਕਰੋ, ਕਿਉਂਕਿ ਹੁਣ ਜ਼ਰੂਰ ਲੀਨੀਅੰਸੀ ਮਿਲੇਗੀ ਵੱਡੇ ਨੰਬਰਸ ਦੇ ਵਿੱਚ। ਜਿਹੜੀ AAP ਆਪਾਂ ਨੂੰ ਦੇਖਣ 'ਚ ਮਿਲੇਗੀ, ਜਿੱਦਾਂ ਅਸੀਂ ਕਹਿ ਰਹੇ ਸੀ ਸਿਰਫ ਇੱਕ AAP ਆਉਣ ਦੀ ਦੇਰ ਆ, ਬਾਕੀ AAP ਜਿਹੜੇ ਨੰਬਰਾਂ ਦੀ ਆ ਲਾਈਨ ਲੱਗ ਜੂਗੀ ਬੇਟਾ। ਬਟ ਹੁਣ ਆਉਣ ਵਾਲਾ, ਬਸ ਸਾਡੀ ਟੀਮ ਪੂਰੀ ਜ਼ੋਰਾਂ ਨਾਲ ਲੱਗੀ ਹੋਈ ਹੈ, ਪ੍ਰੋਪਰ ਅਪਡੇਟ ਹਜੇ ਤੱਕ ਕੰਮ ਕਰ ਰਹੀ ਹੈ। ਅਸੀਂ ਵੀ ਹਜੇ ਆਫਿਸ ਦੇ ਵਿੱਚ ਹਾਂ, ਵੇਟ ਕਰ ਰਹੇ ਹਾਂ ਕਿ ਪੰਜਾਬ 'ਚ ਕਿਸੇ ਬੱਚੇ ਦੀ ਵੀ ਆਵੇ ਤੇ ਅਸੀਂ ਇਸ ਮੰਚ ਦੀ AAP ਸ਼ੇਅਰ ਕਰੀਏ। ਤੇ IELTS ਨੂੰ ਲੈ ਕੇ ਵੀ ਅਸੀਂ 8th ਪੁਆਇੰਟ ਦੇ ਵਿੱਚ ਕਰੂੰਗਾ ਜਨਵਰੀ ਟੇਕ ਲੈ ਕੇ। ਬੱਚਿਆਂ ਦਾ ਸਵਾਲ ਹੈ ਕਿ ਸਾਡਾ ਸਰ, ਕਿਉਂਕਿ ਅੱਗੇ ਇਹ ਪ੍ਰੋਬਲਮ ਨਹੀਂ ਆਉਂਦੀ ਸੀ ਕਿ ਨਾਲ ਦੀ ਨਾਲ ਫਾਈਲ ਲੱਗ ਜਾਂਦੀ ਹੈ, ਕਿ ਸਾਡਾ ਸਰ IELTS ਨੈਕਸਟ ਮੰਥ ਐਕਸਪਾਇਰ ਹੋ ਰਿਹਾ, ਹਜੇ ਤੱਕ ਸਾਡੀ AAP ਨਹੀਂ ਆਈ ਜਾਂ IELTS ਐਕਸਪਾਇਰ ਹੋ ਚੁੱਕਾ, ਬਟ ਐਟ ਦਾ ਲੌਜਮੈਂਟ ਜੇ ਤੁਹਾਡੇ ਕੋਲ IELTS ਵੈਲਿਡ ਸੀਗਾ ਬੇਟਾ, ਉਹ ਬਿਲਕੁਲ ਵੈਲਿਡ ਰਹੇਗਾ, ਕੋਈ ਇਹ ਚੀਜ਼ ਦੀ ਘਬਰਾਉਣ ਦੀ ਲੋੜ ਨਹੀਂ। ਸਪੈਸ਼ਲੀ ਜਨਵਰੀ ਇਨਟੇਕ ਵਾਲੇ ਬੱਚੇ ਵੀ, ਜਿਨ੍ਹਾਂ ਦੇ ਇੱਕ ਬੱਚੇ ਦਾ ਸਾਨੂੰ ਸਵੇਰੇ ਫੋਨ ਆਇਆ ਸੀਗਾ, ਸ਼ਾਇਦ ਹੋਰ ਵੀ ਤੁਹਾਡੀ ਕੋਈ ਉੱਦਾਂ ਦੀ ਪ੍ਰੋਫਾਈਲ ਮੈਚ ਹੁੰਦੀ ਹੋਵੇ, ਉਹ ਸਟੂਡੈਂਟ ਦਾ ਅਕਤੂਬਰ ਦੇ ਵਿੱਚ ਉਹਦਾ IELTS ਮੁੱਕਦਾ, ਬਟ ਸਾਰਾ ਕੁਝ ਰੈਡੀ ਹੈ, GIC ਪੇ ਕੀਤੀ ਹੋਈ, ਫੀਸ ਪੇ ਕੀਤੀ ਜਨਵਰੀ ਇਨਟੇਕ। ਮੈਂ ਉਹਨੂੰ ਤਾਂ ਆਪ ਕਹੂੰਗਾ ਕਿ ਅੱਜ IRCC ਨੇ ਉਸ ਚੀਜ਼ 'ਤੇ ਮੋਹਰ ਲਾਈ ਆ, ਤੁਸੀਂ ਹੁਣੀ ਅਪਲਾਈ ਕਰ ਲਓ, ਤੁਹਾਨੂੰ ਦੁਬਾਰਾ IELTS ਦੇਣ ਦੀ ਲੋੜ ਨਹੀਂ ਹੈਗੀ। ਤੁਹਾਡੀ ਜਦੋਂ ਅਪਰੂਵਲ ਇਨ ਪ੍ਰਿੰਸੀਪਲ ਆ ਗਈ ਬੇਟਾ, ਜਦੋਂ ਫਿਰ VAC ਸੈਂਟਰ ਖੁੱਲ੍ਹਦਾ ਤੁਹਾਡਾ ਫਿਰ ਵੀਜ਼ਾ ਪੇਸ਼ ਹੋਊਗਾ, 21 ਦਿਨ ਪਹਿਲਾਂ ਤੁਸੀਂ ਮਿਨੀਮਮ ਟਰੈਵਲ ਕਰ ਸਕਦੇ ਆ। ਸੋ ਉਸ ਵਿਨ ਐਂਡ ਵਿਨ ਸਿਚੁਏਸ਼ਨ, ਜਨਵਰੀ ਲਈ ਸਾਰਾ ਕੁਝ ਰੈਡੀ ਆ, ਹੁਣੀ ਬੇਟਾ ਫਾਈਲ ਲੌਂਚ ਕਰ ਦਿਓ, ਬਹੁਤ ਵਧੀਆ ਆਪਸ਼ਨਸ ਰਹੇਗੀ, ਕਿਉਂਕਿ ਤੁਹਾਨੂੰ ਉਹਦਾ ਬੈਨੀਫਿਟ ਜ਼ਰੂਰ ਮਿਲੇਗਾ। ਇੱਕ 9th ਸੀਗਾ ਕਿ ਟਰੈਵਲ ਦੇ ਸੀਗਾ ਕਿ ਕਾਫੀ ਬੱਚਿਆਂ ਦੇ ਸੀਗਾ ਕਿ ਜੇਕਰ ਹੁਣ ਉਹਨਾਂ ਦੇ ਵੀਜ਼ਾ, ਜੇਕਰ ਕਿ ਬੇਟਾ ਜ਼ਰੂਰ ਆਉਣ ਸਾਰਿਆਂ ਦੇ ਵੀਜ਼ੇ, ਮੇਰੀ ਹੱਥ ਜੋੜ ਕੇ ਅਰਦਾਸ ਆ, ਹਾਈਬ੍ਰਿਡ
फेस टू फेस स्टडी मीनस कि काफ़ी ਜਿਹੜੀਆਂ ਇੰਸਟੀਟਿਊਸ਼ਨ ਆ ਉਹ ਫੇਸ ਟੂ ਫੇਸ ਜਿਹੜੀਆਂ ਐਜੂਕੇਸ਼ਨ ਕਰਾਉਂਦੇ ਆਨਲਾਈਨ ਸਟੱਡੀ ਉਹਨਾਂ ਕੋਲ ਆਪਸ਼ਨਸ ਹੀ ਨਹੀਂ, ਕਰਾ ਹੀ ਨਹੀਂ ਸਕਦੇ। ਕਿਉਂ ਬੱਚੇ ਟਰੈਵਲ ਕਰ ਸਕਣਗੇ? ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਜਿਹੜੀ ਟਰੈਵਲ ਐਗਜ਼ੈਂਪਸ਼ਨ ਆ ਸਿਰਫ 18 ਮਾਰਚ ਤੋਂ ਪਹਿਲੇ ਵਾਲੇ ਨੂੰ ਮਿਲੇਗਾ, ਚਾਹੇ ਜਿਹੜਾ ਹੁਣ ਇਸ ਦੀ AAP ਆਉਂਦੀ ਆ ਜੇ ਉਹਨੂੰ ਹਾਈਬ੍ਰਿਡ ਕੋਰਸ ਆ ਉਹ ਨਹੀਂ ਟਰੈਵਲ ਕਰ ਸਕਦਾ ਐਟ ਐਨੀ ਕਾਸਟ, ਕਿਉਂਕਿ ਜਿਹੜੀ ਸਿਰਫ ਟਰੈਵਲ ਐਗਜ਼ੈਂਪਸ਼ਨ ਆ 18 ਮਾਰਚ ਤੋਂ ਪਹਿਲੇ ਵਾਲਿਆਂ ਨੂੰ। ਸੋ ਬਿਲਕੁਲ ਵੀ ਬੇਟਾ ਇਹ ਟਰਾਈ ਨਾ ਕਰੋ, ਤੁਹਾਡਾ ਇੰਸਟੀਟਿਊਸ਼ਨ ਲੈਟਰ ਵੀ ਦਿੰਦਾ ਤਾਂ ਬਿਲਕੁਲ ਨਾ ਕਰਿਓ, ਕਿਉਂਕਿ ਤੁਸੀਂ ਏਅਰਪੋਰਟ ਤੋਂ ਜ਼ਰੂਰ ਤੁਹਾਨੂੰ ਉੱਥੇ ਜਿਹੜਾ ਬਾਰਡਰ ਸਿਕਿਉਰਿਟੀ ਆਫਿਸਰਸ ਹੁੰਦੇ ਆ ਤੁਹਾਨੂੰ ਉੱਥੋਂ ਵਾਪਸ ਭੇਜ ਸਕਦੇ, ਆਪਣੇ ਖਰਚੇ 'ਤੇ ਬੈਨ ਲੱਗ ਸਕਦਾ। ਸੋ ਇੱਦਾਂ ਦਾ ਬਿਲਕੁਲ ਬੇਟਾ ਰਿਸਕ ਨਹੀਂ ਲੈਣਾ, ਨਾ ਕਰਿਓ, ਕਿਉਂਕਿ ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਜੇਕਰ ਤੁਹਾਨੂੰ ਤੁਹਾਡਾ ਕੋਰਸ ਆਨਲਾਈਨ ਸਟੱਡੀ ਤੁਹਾਡਾ ਇੰਸਟੀਟਿਊਸ਼ਨ ਨਹੀਂ ਕਰਾ ਰਿਹਾ ਦੈਨ ਡੈਫਰ ਕਰਵਾਓ, ਕਿਉਂਕਿ ਡੈਫਰਮੈਂਟ 'ਤੇ ਕੋਈ ਕਿਸੇ ਤਰ੍ਹਾਂ ਦੀ ਨੰਬਰ ਆਫ ਡੈਫਰਮੈਂਟ 'ਤੇ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ। ਸੋ ਬਿਲਕੁਲ ਵੀ ਇਹਨੂੰ ਰਿਸਕ ਨਾ ਲਿਓ ਟਰੈਵਲ ਕਰਨ ਦਾ, ਥੋੜ੍ਹੇ ਜਿਹੇ ਪੇਸ਼ੈਂਸ ਰੱਖੋ। ਜਿੱਥੇ ਆਪਾਂ ਇੰਨਾ ਤੁਸੀਂ ਸਬਰ ਰੱਖਿਆ 1-2 ਮਹੀਨੇ ਦੀ ਗੱਲ ਆ, ਸਾਨੂੰ ਪੂਰੀ ਉਮੀਦ ਆ ਸਾਰਾ ਕੁਝ ਸਹੀ ਹੋ ਜਾਊਗਾ, ਟਰੈਵਲ ਬੈਨ ਵੀ ਦੁਬਾਰਾ ਸਾਰਿਆਂ ਲਈ ਖੁੱਲ੍ਹ ਜਾਏਗਾ। 10th ਵੈਰੀ ਇੰਪੋਰਟੈਂਟ ਪੁਆਇੰਟ, ਬੱਚੇ ਕਦੋਂ ਟਰੈਵਲ ਕਰ ਸਕਣਗੇ? 18 ਮਾਰਚ ਤੋਂ ਪਹਿਲੇ ਜਿਹੜੇ ਦੇ ਬੱਚੇ ਵੀਜ਼ੇ ਆਏ ਟਰੈਵਲ ਕਰ ਸਕਦੇ ਬੇਟਾ, ਪਰ ਉੱਤੇ ਵੀ ਕੰਡੀਸ਼ਨਸ ਆ, ਖਿਆਲ ਨਾਲ ਰੱਖਣਾ, ਕਿਉਂਕਿ ਜਦ ਤੱਕ ਤੁਹਾਡਾ ਉੱਥੇ ਜਾਣਾ ਬਹੁਤ ਜ਼ਰੂਰੀ ਨਹੀਂ ਹੈ, ਇੰਪੋਰਟੈਂਟ ਨਹੀਂ ਹੈ, ਐਸੈਂਸ਼ੀਅਲ ਨਹੀਂ ਹੈਗਾ ਤੇ ਤੁਸੀਂ ਟਰੈਵਲ ਨਹੀਂ ਕਰ ਸਕਦੇ। ਤੁਸੀਂ ਜੇ ਤੁਹਾਨੂੰ ਕਾਲਜ ਤੁਹਾਡਾ ਲੈਟਰ ਦਿੰਦਾ ਵੀ ਹੈ, ਇੰਸਟੀਟਿਊਸ਼ਨ ਲੈਟਰ ਦਿੰਦਾ ਵੀ ਹੈ, ਜੇਕਰ ਉਹਨੇ ਉੱਥੇ ਕੁਝ ਮੈਂਸ਼ਨ ਨਹੀਂ ਕੀਤਾ ਬੇਟਾ ਤੁਸੀਂ ਟਰੈਵਲ ਨਹੀਂ ਕਰ ਸਕਦੇ। ਸੋ ਬਿਲਕੁਲ ਲਈ ਹੋਈ ਚੀਜ਼ ਜਿਹੜਾ ਸੇਮ ਹਾਈਬ੍ਰਿਡ ਵਾਲੇ ਪ੍ਰੋਗਰਾਮ ਨਾਲ ਬਿਲਕੁਲ ਵੀ ਇਸ ਚੀਜ਼ ਦੇ ਰਿਸਕ ਨਹੀਂ ਲੈਣਾ। ਜੇ ਤੁਸੀਂ ਤੁਹਾਨੂੰ ਕਾਲਜ ਲੈਟਰ ਦਿੰਦਾ ਉੱਥੇ ਉਹਨੇ ਪ੍ਰੋਪਰ ਲਿਖਿਆ ਕਿ ਯੂਰ ਟਰੈਵਲ ਇਜ਼ ਵੈਰੀ ਐਸੈਂਸ਼ੀਅਲ ਫॉर ਕੈਨੇਡਾ ਫॉर देयर ਇੰਸਟੀਟਿਊਸ਼ਨ, ਦੈਨ ਤੁਸੀਂ ਟਰੈਵਲ ਕਰ ਸਕਦੇ ਆ, ਅਦਰਵਾਈਜ਼ ਕਿਤੇ ਨਾ ਕੋਈ ਕੰਪਲੀਕੇਸ਼ਨਸ ਆ ਸਕਦੀਆਂ। ਸੋ ਇਹ ਸੀਗੇ 10 ਪੁਆਇੰਟ, ਬਹੁਤ ਜ਼ਰੂਰੀ ਪੁਆਇੰਟ ਸੀਗੇ ਤੇ ਮੈਂ ਬਰੀਫ 'ਚ ਦੱਸੇ ਆ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਆ ਤੁਸੀਂ ਸਾਨੂੰ ਸਾਡੇ 85 578 85 578 ਨੰਬਰ 'ਤੇ ਰਿੰਗ ਕਰ ਸਕਦੇ ਆ, ਅਸੀਂ ਤੁਹਾਨੂੰ ਤਸੱਲੀ ਦੇ ਨਾਲ ਪ੍ਰੋਪਰ ਕੱਲਾ ਪੁਆਇੰਟ ਵੀ ਸਾਰਾ ਕੁਝ ਸਮਝਾ ਸਕਦੇ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਕਿ ਦੂਰ ਤੱਕ ਸਾਰਿਆਂ ਕੋਲ ਪਹੁੰਚ ਸਕੇ ਤੇ ਸਾਰੇ ਜਣੇ ਇਸ ਜਾਣਕਾਰੀ ਤੋਂ ਪ੍ਰਭਾਵਿਤ ਹੋ ਸਕਣ। ਸਤਿ ਸ਼੍ਰੀ ਅਕਾਲ ਜੀ।